ਤਤੀ ਤਵੀ ਤੇ ਬੈਠ ਕੇ ਗੁਰੂ ਪੰਜਵੇਂ ਜ਼ੁਲਮੀ ਰਾਜ ਦਾ ਤਖਤ ਹਿਲਾ ਦਿੱਤਾ। ਦਹਿਸ਼ਤ ਗਰਦੀ ਦਾ ਕੱਢਣ ਲਈ ਡਰ ਦਿਲ ਚੋਂ ਨਾਲ ਜਬਰ ਦੇ ਸਬਰ ਟਕਰਾ ਦਿੱਤਾ। ਸਾਵੇਂ ਜ਼ੁਲਮ ਦੇ ਧਰਮੀ ਨਾ ਹਾਰਦੇ ਨੇ, ਸਿਤਮਗਰਾਂ ਨੂੰ ਸਬਕ ਸਿਖਾ ਦਿੱਤਾ। ਜੁਗ ਚੱਲਿਆ ਫੇਰ ਕੁਰਬਾਨੀਆਂ ਦਾ, ਹੜ ਜ਼ੁਲਮ ਦਾ ਜਿੰਨੇ ਅਟਕਾ ਦਿੱਤਾ, ਹੜ ਜ਼ੁਲਮ ਦਾ ਜਿੰਨੇ ਅਟਕਾ ਦਿੱਤਾ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਕਹਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਣ ਕੋ ਦਾਓ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤਾ, ਪੁਰਜਾ ਪੁਰਜਾ ਘਟ ਮਰੈ ਕਬਹੂ ਨ ਛਾੜੈ ਖੇਤਾ। ਸਿਰ ਤਾਜ ਸ਼ਹੀਦਾਂ ਦੇ ਤੱਕ ਲਈ ਓਟ ਦਾਸ ਨੇ ਤੇਰੀ, ਵਿੱਚ ਆ ਕੇ ਸੰਗਤ ਦੇ ਰੱਖਣੀ ਲਾਜ ਮਾਲਕਾ ਮੇਰੀ। ਤਾਰਨ ਲਈ ਦੁਖੀਆਂ ਦੇ ਸੋਹਣਾ ਰਚਿਆ ਅੰਮ੍ਰਿਤ ਸਾਰਿਆ, ਧੰਨ ਅਰਜਨ ਦੇਵ ਗੁਰੂ ਤੇਰੀ ਸ਼ਰਨ ਪਿਆਸੋ ਤਰਿਆ। ਤਾਜ ਸ਼ਹੀਦਾਂ ਦੇ ਤੱਕ ਲਈ ਓਟ ਦਾਸ ਨੇ ਤੇਰੀ, ਵਿੱਚ ਆ ਕੇ ਸੰਗਤ ਦੇ ਰੱਖਣੀ ਲਾਜ ਮਾਲਕਾ ਮੇਰੀ। ਤਾਰਨ ਲਈ ਦੁਖੀਆਂ ਦੇ ਸੋਹਣਾ ਰਚਿਆ ਅੰਮ੍ਰਿਤ ਸਾਰਿਆ, ਧੰਨ ਅਰਜਨ ਦੇਵ ਗੁਰੂ ਤੇਰੀ ਸ਼ਰਨ ਪਿਆਸੋ ਤਰਿਆ। ਜਾ ਕੇ ਮੰਡੀ ਦੇ ਕੀਤਾ ਯਾਦ ਜਦੋਂ ਕਲਿਆਣੇ, ਕਹਿੰਦਾ ਸਿੱਖ ਤੇਰੇ ਤੇ ਸਹਿਬਾ ਅੱਜ ਵਰਤ ਗਏ ਪਾਣੇ। ਆ ਡਿੱਗਾ ਚਰਨਾਂ ਤੇ ਰਾਜਾ ਜੋ ਹੈਂਕੜ ਦਾ ਭਰਿਆ, ਧੰਨ ਅਰਜਨ ਦੇਵ ਗੁਰੂ ਤੇਰੀ ਸ਼ਰਨ ਪਿਆਸੋ ਤਰਿਆ। ਰਾਜੇ ਹਰੀ ਸੈਨ ਦੀ ਦਿੱਤੀ ਸੁਪਨੇ ਚ ਕੱਟ 84, ਜੋ ਮੰਦਿਆਂ ਕਰਮਾਂ ਦੀ ਦਿੱਤੀ ਬਦਲ ਮਾਲਕਾ ਰਾਸ਼ੀ। ਸੁਪਨੇ ਵਿੱਚ ਰਾਜੇ ਦਾ ਸੁਪਨੇ ਵਿੱਚ ਰਾਜੇ ਦਾ ਬੀਤਿਆ ਜਨਮ ਚੰਡਾਲਾ ਕਰਿਆ, ਧੰਨ ਅਰਜਨ ਦੇਵ ਗੁਰੂ ਤੇਰੀ ਸ਼ਰਨ ਪਿਆਸੋ ਤਰਿਆ। ਸੱਤਾ ਬਲਵੰਡਾ ਵੀ ਹੋ ਕੇ ਬੇਮੁਖ ਹੋ ਗਏ ਕੋੜੇ, ਲੱਦੇ ਉਪਕਾਰੀ ਨੇ ਚਰਨੀ ਫੇਰ ਤੁਸਾਂ ਦੇ ਜੋੜੇ। ਉਹ ਤਰਲੇ ਕਰਦੇ ਨੂੰ ਤੁਸਾਂ ਤੋਂ ਵੇਖ ਗਿਆ ਨਾ ਜਰਿਆ, ਧੰਨ ਅਰਜਨ ਦੇਵ ਗੁਰੂ ਤੇਰੀ ਸ਼ਰਨ ਪਿਆਸੋ ਤਰਿਆ। ਤੇ ਮੂਸਣ ਨੇ ਸੰਮਣ ਤੇ ਮੂਸਣ ਨੇ ਸੇਵਾ ਜਦੋਂ ਤੁਸਾਂ ਦੀ ਕੀਤੀ, ਤੂੰ ਦਿਲ ਦੀ ਜਾਣ ਗਿਆ ਜਿਹੜੀ ਨਾਲ ਉਹਨਾਂ ਦੇ ਬੀਤੀ। ਸੁਣ ਆਵਾਜ਼ ਤੁਹਾਡੀ ਨੂੰ ਜਿੰਦਾ ਸਿੱਖ ਹੋ ਗਿਆ ਮਰਿਆ, ਧੰਨ ਅਰਜਨ ਦੇਵ ਗੁਰੂ ਤੇਰੀ ਸ਼ਰਨ ਪਿਆਸੋ ਤਰਿਆ। ਪਾਣੀ ਦਾ ਜਹਾਜ਼ ਤੁਸਾਂ ਸੋਹਣਾ ਗੁਰੂ ਗ੍ਰੰਥ ਬਣਾਇਆ, ਜਿਸ ਦੀ ਗੁਰਬਾਣੀ ਨੂੰ ਪੜਦਾ ਸੁਣਦਾ ਗਿਆ ਤਰਾਇਆ। ਸੁਣ ਤੁਰ ਕੀ ਬਾਣੀ ਨੂੰ ਦੱਬਦਾ ਸੀਨੇ ਜਾਂਦੇ
ਠਰਿਆ ਤਪਦੇ ਸੀਨੇ ਜਾਂਦੇ ਠਰਿਆ ਧੰਨ ਅਰਜਨ ਦੇਵ ਗੁਰੂ ਤੇਰੀ ਸ਼ਰਨ ਪਿਆਸੋ ਤਰਿਆ ਜਨਮ ਦਿੱਤਾ ਸ਼ਹੀਦਾਂ ਨੂੰ ਜਨਮ ਦਿੱਤਾ ਸੜਦੀ ਲੋ ਤੇ ਆਸਣ ਲਾ ਕੇ ਮਿੱਠਾ ਮੰਨਿਆ ਪਾਣੇ ਨੂੰ ਤੱਤੀ ਰੇਤਾ ਸੀਸ ਪਵਾ ਕੇ ਜਰਨੈਲ ਕਵੀਸ਼ਰ ਨੇ ਤਾਈਓ ਜਸ ਤੁਸਾਂ ਦਾ ਕਰਿਆ ਤਾਈਓ ਜਸ ਤੁਸਾਂ ਦਾ ਕਰਿਆ ਧੰਨ ਅਰਜਨ ਦੇਵ ਗੁਰੂ ਤੇਰੀ ਸ਼ਰਨ ਪਿਆਸੋ ਤਰਿਆ ਰਹਿਮਤਾਂ ਦੇ ਮਾਲਕ ਸਮੁੱਚੀ ਮਾਨਵਤਾ ਦੇ ਸਾਂਝੇ ਸਤਿਗੁਰੂ ਰੱਬੀ ਤਲੀਮ ਦੇ ਮਹਾਸਾਗਰ ਮੌਕੇ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਛਤਰ ਛਾਇਆ ਹੇਠ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਜਦਾ ਕਰਦਿਆਂ ਚੱਲ ਰਹੀ ਪ੍ਰੋਗਰਾਮਾਂ ਦੀ ਇਹ ਲੜੀ ਦੇ ਅਧੀਨ ਅੱਜ ਵੀ ਤੁਸੀਂ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਸਾਹਿਬ ਵਿਖੇ ਨਮਸਤਕ ਹੋ ਕੇ ਆਪਣੇ ਰੋਮ ਰੋਮ ਤੋਂ ਕੌਮ ਦੇ ਸ਼ਹੀਦਾਂ ਨੂੰ ਸਮਰਪਿਤ ਹੋ ਕੇ ਉਹਨਾਂ ਦੀਆਂ ਵਡਿਆਈਆਂ ਨੂੰ ਸਰਵਣ ਕਰ ਰਹੇ ਹੋ। ਇਸ ਦੇ ਨਾਲ ਨਾਲ ਚੈਨਲ ਪੰਜਾਬੀ ਦੇ ਮਾਧਿਅਮ ਰਾਹੀਂ ਦੂਰ ਦਰੇਡੇ ਤੱਕ ਇਹ ਆਵਾਜ਼ ਪਹੁੰਚ ਰਹੀ ਹੈ ਔਰ ਪਹੁੰਚਦੀ ਆਵਾਜ਼ ਦੇ ਭਰਪੂਰ ਹੰਗਾਰੇ ਵੀ ਮਿਲ ਰਹੇ ਨੇ। ਗੁਰਦੇਵ ਪਾਤਸ਼ਾਹ ਮਹਾਰਾਜ ਸਮੁੱਚੀ ਸਿੱਖ ਸੰਗਤ ਨੂੰ ਸਮੁੱਚੇ ਸਿੱਖ ਜਗਤ ਨੂੰ ਚੜ੍ਹਦੀ ਕਲਾ ਬਖਸ਼ਣ। ਅਸੀਂ ਉਹਨਾਂ ਦੇ ਡੁੱਲੇ ਹੋਏ ਸ਼ਹੀਦਾਂ ਦੇ ਲਹੂ ਵਿੱਚੋਂ ਕੋਈ ਨਵੀਂ ਰੋਸ਼ਨੀ ਲੈ ਕੇ ਆਪਣੇ ਜੀਵਨ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਬਾਣੀ ਰੂਪੀ ਸਿਧਾਂਤ ਨਾਲ ਜੋੜ ਸਕੀਏ। ਜਿਹੜੀਆਂ ਕੌਮਾਂ ਇਤਿਹਾਸ ਨੂੰ ਯਾਦ ਰੱਖਦੀਆਂ ਨੇ, ਸੁਣਦੀਆਂ ਨੇ, ਵਿਚਾਰਦੀਆਂ ਨੇ, ਜ਼ਿੰਦਗੀ ਨਾਲ ਢਾਲ ਕੇ ਵੇਖਦੀਆਂ ਨੇ, ਦੁਨੀਆ ਦੇ ਅੰਦਰ ਕੋਈ ਵੀ ਅੜਿੱਕਾ ਉਹਨਾਂ ਦੀ ਤਰੱਕੀ ਨੂੰ ਨਹੀਂ ਰੋਕ ਸਕਦਾ। ਉਹ ਆਪਣੀ ਮੰਜ਼ਿਲ ਮਕਸੂਦ ਤੇ ਪਹੁੰਚ ਜਾਇਆ ਕਰਦੇ ਹਨ। ਸੋ ਆਓ ਸਮਾਂ ਇੰਨਾ ਜ਼ਿਆਦਾ ਨਹੀਂ, ਕੁਝ ਵਿਸਥਾਰ ਨਾਲ ਕਿਹਾ ਜਾਏ ਔਰ ਇਤਿਹਾਸ ਦਾ ਥੋੜਾ ਜਿਹਾ ਹਿੱਸਾ ਤੁਹਾਡੇ ਨਾਲ ਸਾਂਝਾ ਕੀਤਾ ਜਾਣਾ ਹੈ। ਉਹਦੇ ਵਾਸਤੇ ਤੁਹਾਡੀ ਕਿਰਪਾ ਦੀ ਲੋੜ ਹੈ ਤੇ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਰਾਹੀਂ ਆਪਣੀਆਂ ਪਿਆਰ ਭਰੀਆਂ ਅਸੀਸਾਂ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਤੋਂ ਪਹਿਲਾਂ ਆਪ ਜੀ ਸਰਵਣ ਕਰ ਰਹੇ ਸੀ ਇੰਟਰਨੈਸ਼ਨਲ ਢਾਡੀ ਜਥਾ ਸਤਿਕਾਰਯੋਗ ਬੀਬੀ ਦਲੇਰ ਕੌਰ ਜੀ ਖਾਲਸਾ। ਉਹਨਾਂ ਨੇ ਸ਼ਹੀਦਾਂ ਦੇ ਸਰਤਾਜ ਔਰ ਹਿੰਦੁਸਤਾਨ ਦੀ ਤਵਾਰੀਖ ਦੇ ਪਹਿਲੇ ਸ਼ਹੀਦ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਸੰਖੇਪ ਰੂਪ ਵਿੱਚ ਬਿਆਨ ਕੀਤੀ ਹੈ। ਔਰ ਖੁਸ਼ੀ ਦੀ ਗੱਲ ਇਹ ਰਹੀ ਉਹਨਾਂ ਦੇ ਨਾਲ ਜਿਹੜੀਆਂ ਬੱਚੀਆਂ ਗਾ ਰਹੀਆਂ ਸੀ, ਗਿਆਨੀ ਜੀ ਬੈਠੇ ਨੇ ਔਰ ਉਹਨਾਂ ਨੇ ਪੱਕੀਆਂ ਜਿਹੜੀਆਂ ਸਾਡੀਆਂ ਰਵਾਇਤਾਂ ਨੇ, ਸਾਡੀਆਂ ਤਰਜ਼ਾਂ ਨੇ, ਝੋਕ ਛੰਦ, ਗੱਡੀ ਜਗਾ ਛੰਦ, ਉਹਦੇ ਵਿੱਚ ਰਹਿ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਨੂੰ ਬਿਆਨ ਕੀਤਾ ਹੈ। ਯਾਦ ਰੱਖੋ ਖਾਲਸਾ ਜੀ, ਸਾਡੇ ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਹਰ ਕਾਰਜ ਆਪਣੇ ਤੋਂ ਸ਼ੁਰੂ ਕਰਕੇ ਕੌਮ ਨੂੰ ਦੱਸਿਆ। ਨਾਮ ਸਿਮਰਨ ਆਪਣੇ ਤੋਂ, ਯਾਤਰਾਵਾਂ ਆਪਣੇ ਤੋਂ, ਸੇਵਾ ਆਪਣੇ ਤੋਂ, ਸ਼ਹਾਦਤ ਆਪਣੇ ਤੋਂ, ਤੇ ਜੇ ਤਲਵਾਰ ਦਾ ਸਮਾਂ ਆਇਆ ਤਾਂ ਉਹ ਵੀ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਖੁਦ ਗੁਰੂ ਮੈਦਾਨੇ ਜੰਗ ਵਿੱਚ ਕਮਾਂਡਰ ਬਣ ਕੇ ਆਪਣੇ ਤੋਂ ਗੱਲ ਸ਼ੁਰੂ ਕਰਦਾ ਰਿਹਾ ਤਾਂ ਕਿ ਇਹ ਕੌਮ ਕਿਸੇ ਖੇਤਰ ਦੇ ਵਿੱਚ ਪਿੱਛੇ ਨਾ ਰਹਿ ਜਾਏ। ਔਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਕੋਈ ਛੋਟੀ ਸ਼ਹਾਦਤ ਨਹੀਂ ਸੀ। ਚੰਦੂ ਇਹਦੇ ਵਿੱਚ ਸਹਿ ਕਾਰਨ ਹੈ, ਮੁੱਖ ਕਾਰਨ ਨਹੀਂ ਹੈ। ਮੁੱਖ ਕਾਰਨ ਜਹਾਂਗੀਰ ਹੈ। ਜਹਾਂਗੀਰ ਦੀ ਜਦੋਂ ਤਖਤ ਤਾਜ ਤੇ ਬਹਿਣ ਦੀ ਪ੍ਰਕਿਰਿਆ ਆਰੰਭ ਹੁੰਦੀ ਹੈ, ਉਸ ਤੋਂ 4 ਸਾਲ ਪਹਿਲਾਂ ਸ਼ੇਖ ਅਹਿਮਦ ਸਰਹੰਦੀ ਔਰ ਸਾਡੇ ਦੇਸ਼ ਦੇ ਕੁੱਲ ਮੁਤੱਸਬਬਾਜ਼ ਮੁੱਲਾ ਮੁਲਾ ਨੇ ਉਹ ਮੀਟਿੰਗ ਦੌਰਾਨ ਉਹਨੂੰ ਇਸ ਗੱਲ ਦਾ ਯਕੀਨ ਦਿਵਾਉਂਦੇ ਨੇ ਕਿ ਤੈਨੂੰ ਤਖਤ ਮਿਲ ਜਾਏਗਾ, ਪਰ ਤਖਤ ਤੇ ਬਹਿ ਕੇ ਸਭ ਤੋਂ ਪਹਿਲਾ ਕੰਮ ਇਹ ਕਰਨਾ ਕਿ ਇਸਲਾਮ ਦੇ ਰਸਤੇ ਵਿੱਚ ਰੁਕਾਵਟ ਕਿਹੜਾ ਧਰਮ ਹੈ। ਅੱਜ ਵੀ ਜਦ ਅਸੀਂ ਕਿਤੇ ਕੋਈ ਖਬਰ ਪੜ੍ਹਦੇ ਹਾਂ ਨਾ ਕਿ ਸਾਡਾ ਕੋਈ ਸਿੱਖ ਪਰਿਵਾਰ ਈਸਾਈ ਧਰਮ ਵਿੱਚ ਚਲਾ ਗਿਆ, ਬੇਸ਼ੱਕ ਉਹਨਾਂ ਨੂੰ ਕੋਈ ਲਾਲਚ ਦੇ ਕੇ ਲੈ ਜਾਂਦਾ ਜਾਂ ਸਾਡੀਆਂ ਆਪਣੀਆਂ ਵੀ ਕਮਜ਼ੋਰੀਆਂ ਹੈ, ਅਸੀਂ ਆਰਥਿਕ ਤੌਰ ਤੇ ਪਛੜੇ ਸਿੱਖ ਪਰਿਵਾਰਾਂ ਦੀ ਬਾਹ ਨਹੀਂ ਫੜਦੇ ਤੇ ਧਰਮ ਵੀ ਉਦੋਂ ਨਿਭਦਾ ਜਦੋਂ ਰੋਟੀ ਖਾਣ ਨੂੰ ਲੱਭਦੀ ਹੋਵੇ, ਢਿੱਡ ਭੁੱਖਾ ਹੋਵੇ ਤੇ ਕਈ ਵਾਰੀ ਬੰਦਾ ਧਰਮ ਤੋਂ ਵੀ ਮੁਨੱਕਰ ਹੋ ਜਾਂਦਾ।
ਫਿਰ ਉਹ ਧਰਮ ਤਬਦੀਲ ਕਰ ਲੈਂਦੇ ਤਾਂ ਸਾਨੂੰ ਦੁੱਖ ਹੁੰਦਾ, ਕੌਮੀ ਲੈਵਲ ਤੇ ਅਸੀਂ ਇਹ ਪੀੜ ਮਹਿਸੂਸ ਕਰਦੇ ਹਾਂ। ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਵਕਤ ਵੱਡੇ ਵੱਡੇ ਮੁਸਲਮਾਨ ਲੋਕ ਜਿਹੜੇ ਆਪਣੇ ਜਥਿਆਂ ਦੇ ਸਰਦਾਰ ਲੋਕ ਸਨ, ਭਾਈ ਮੰਝ ਵਰਗੇ, ਉਹ ਇਸਲਾਮ ਨੂੰ ਛੱਡ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਰਨ ਵਿੱਚ ਆ ਗਏ ਸਨ। ਔਰ ਤੁਸੀਂ ਹੈਰਾਨ ਹੋਵੋਗੇ, ਦੱਬੇਸਤਾਨ ਮਹਾਜਬ ਦਾ ਕਰਤਾ ਉਸ ਵਕਤ ਦੀ ਸਿੱਖੀ ਨੂੰ 5 ਕਰੋੜ ਤੋਂ ਵੱਧ ਗਿਣਦਾ ਹੈ, 1606 ਦੇ ਕਰੀਬ। ਉਹ ਕਹਿੰਦਾ ਦੁਨੀਆ ਦਾ ਕੋਈ ਵੱਡਾ ਸ਼ਹਿਰ ਨਹੀਂ ਸੀ ਜਿੱਥੇ ਗੁਰੂ ਨਾਨਕ ਦਾ ਸਿੱਖ ਕਿਰਤ ਕਰਦਾ ਤੇ ਨਾਮ ਜਪਦਾ ਨਹੀਂ ਸੀ ਵੇਖਿਆ ਜਾ ਸਕਦਾ। ਤਾਂ ਅੱਜ ਅਸੀਂ ਕਿਹੜੀ ਸਦੀ 'ਚ ਚਲੇ ਗਏ ਤਾਂ ਗਿਣਤੀ ਸਿਮਟ ਕੇ ਸਾਡੀ 2.5 ਕਰੋੜ ਆ ਗਈ। ਉਹਦੇ ਵਿੱਚ ਵੀ ਸਾਡੀ ਇੱਕ ਸੁਰਤਾ ਨਹੀਂ ਹੈ, ਇੱਕ ਝੰਡੇ ਥੱਲੇ ਨਹੀਂ, ਇੱਕ ਮਰਜ਼ਾਦਾ ਨਹੀਂ ਹੈ। ਜਿੰਨੀਆਂ ਅਸੀਂ ਆਪੋ ਆਪਣੀਆਂ ਵਡਿਆਈਆਂ ਦੇ ਅਧੀਨ ਆਪਣੇ ਆਪ ਨੂੰ ਕੇਂਦਰ ਬਿੰਦੂ ਨਾਲੋਂ ਤੋੜ ਲਿਆ। ਤਾਂ ਇਹ ਕੁਦਰਤੀ ਬਾਤ ਸੀ। ਜਹਾਂਗੀਰ ਨੂੰ ਜਦ ਤਾਕਤ ਹੀ ਕੱਟੜਪੰਥੀਆਂ ਨੇ ਦਿੱਤੀ ਤੇ ਉਹਨੇ ਸਭ ਤੋਂ ਪਹਿਲਾਂ ਰਸਤੇ ਵਿੱਚ ਆਈ ਰੁਕਾਵਟ, ਇਸਲਾਮ ਧਰਮ ਦੇ ਰਸਤੇ ਵਿੱਚ ਬਣਦਾ ਇੱਕ ਵੱਡਾ ਪੁਲ ਜਿਹੜਾ ਸੀ, ਯਾਨੀ ਰੁਕਾਵਟ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਇਹ ਧਰਮ, ਇਹਨੂੰ ਦੂਰ ਕਰਨ ਦਾ ਯਤਨ ਕੀਤਾ। ਔਰ ਇੱਥੋਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦਾ ਮੇਨ ਕਾਰਨ ਹੈ 1940 ਵਿੱਚ ਡਾਕਟਰ ਗੰਡਾ ਸਿੰਘ ਜੀ ਜਦ ਅਲੀਗੜ੍ਹ ਯੂਨੀਵਰਸਿਟੀ ਵਿੱਚ ਗਏ, ਉੱਥੇ ਫਿਰ ਤੌਜ ਕੇ ਜਹਾਂਗੀਰੀ ਦੇ ਉਹਨਾਂ ਨੂੰ ਦਰਸ਼ਨ ਹੋਏ, ਯਾਨੀ ਉਹਨਾਂ ਨੇ ਉਹ ਪੜ੍ਹੀ ਜਿਹਦੇ ਵਿੱਚ ਸਾਫ਼ ਲਿਖਿਆ ਹੋਇਆ ਸੀ ਕਿ ਬੜੇ ਚਿਰਾਂ ਤੋਂ ਮੇਰੀ ਅੱਖ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਕੰਡੇ ਵਾਂਗੂ ਰੜਕਦੀ ਸੀ। ਤਾਂ ਮੇਰਾ ਚਿੱਤ ਕਰਦਾ ਸੀ ਵੀ ਇਹ ਝੂਠ ਦੀ ਦੁਕਾਨ ਬੰਦ ਕਰ ਦੇਵਾਂ। ਸੋ ਜਦ ਕੋਈ ਪੋਲੀਟੀਕਲ ਤਾਕਤ ਫੈਸਲਾ ਕਰ ਲਵੇ ਕੋਈ ਐਕਸ਼ਨ ਕਰਨ ਦਾ, ਤੇ ਫਿਰ ਉਹਨੂੰ ਆਪਣੀ ਤਾਕਤ ਦੇ ਨਾਲ ਉਹ ਕਰਕੇ ਹਟਦੀ ਹੈ। ਪਰ ਸਦਕੇ ਜਾਈਏ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ, ਉਹਨਾਂ ਨੇ ਆਪਣੀ ਜਾਨ ਬਚਾਉਣ ਦੀ ਬਜਾਏ ਆਪਣੀ ਜ਼ਿੰਦਗੀ ਆਪਣੀ ਵਿਚਾਰਧਾਰਾ ਤੋਂ ਉਹਨਾਂ ਨੇ ਕੁਰਬਾਨ ਕਰਕੇ ਸਿੱਖ ਧਰਮ ਨੂੰ ਇਸ ਢੰਗ ਨਾਲ ਬਚਾ ਲਿਆ। ਕੁਰਬਾਨੀ ਦੀ ਇੱਕ ਲਹਿਰ ਤੋਰ ਗਏ। ਔਰ ਅੱਜ ਤੱਕ ਸ਼ਹੀਦ ਕਰਨ ਵਾਲੇ ਉਹ ਤਾਂ ਬੇਸ਼ੱਕ ਖਤਮ ਹੋ ਗਏ, ਲੇਕਿਨ ਸਿਰ ਦੇਣ ਵਾਲਿਆਂ ਦੀ ਲਾਈਨ ਨਹੀਂ ਮੁੱਕੀ। ਇਹ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦਾ ਇੱਕ ਬਹੁਤ ਵੱਡਾ ਇਤਿਹਾਸ ਸੀ। ਔਰ ਇਹ ਵੀ ਯਾਦ ਰੱਖੋ, ਇਹ ਮਰਤਬਾ ਹੈ ਕੀ ਹੈ, ਜਿਵੇਂ ਬੀਬੀ ਜੀ ਦੱਸ ਗਏ, ਇਹ ਲਫ਼ਜ਼ ਸਾਡਾ ਨਹੀਂ ਹੈ, ਅਰਬੀ ਦਾ। ਔਰ ਇਹਦਾ ਭਾਵ ਕੀ ਹੈ? ਦੁਨੀਆ ਵਿੱਚ ਸਭ ਤੋਂ ਪਹਿਲਾ ਸ਼ਹੀਦ ਸੁਕਰਾਤ ਨੂੰ ਮੰਨਿਆ ਗਿਆ। ਉਦੋਂ ਈਸਵੀ ਸਨ ਸ਼ੁਰੂ ਨਹੀਂ ਸੀ ਹੋਇਆ। 501 ਜੱਜ ਉਹਦੇ ਮੁਕੱਦਮੇ ਤੇ ਲਾਇਆ ਸੀ, 280 ਜੱਜ ਉਹਦੇ ਖਿਲਾਫ ਗਏ ਸੀ। ਔਰ ਫੈਸਲਾ ਇਹ ਹੋਇਆ ਸੀ ਵੀ ਇਹ ਨਵੀਂ ਚੇਤਨਾ ਪੈਦਾ ਕਰਦਾ ਹੈ, ਨੌਜਵਾਨਾਂ ਦੇ ਅੰਦਰ ਸੱਚ ਭਰਦਾ ਹੈ ਤੇ ਨੌਜਵਾਨਾਂ ਦੀ ਸੋਚ ਤਬਦੀਲ ਹੋ ਰਹੀ ਹੈ ਤੇ ਉਹ ਪੁਰਾਤਨ ਧਰਮ ਤੋਂ ਬਾਗੀ ਹੋ ਰਹੇ ਨੇ ਤੇ ਇਹਨੂੰ ਮਾਰਨਾ ਜ਼ਰੂਰੀ ਹੈ। ਉਹਦੇ ਸਾਹਮਣੇ 2 ਚੀਜ਼ਾਂ ਜੱਜਾਂ ਨੇ ਰੱਖੀਆਂ ਕਿ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ 'ਚ ਚਲਿਆ ਜਾ, ਬਚ ਜਾਏਗਾ। ਉਹਨੇ ਆਖਿਆ ਜੇ ਮੇਰੇ ਦੇਸ਼ 'ਚ ਮੇਰੀ ਗੱਲ ਨਹੀਂ ਸੁਣੀ ਜਾ ਰਹੀ ਤੇ ਬਗਾਨੇ ਕਦੋਂ ਸੁਣ ਲੈਣਗੇ। ਅਖੀਰ ਗੱਲ ਮੁੱਕਦੀ, ਮੌਤ ਦਾ ਫੈਸਲਾ, ਜ਼ਹਿਰ ਦੇ ਕੇ ਮਾਰਨਾ ਸੀ। ਔਰ ਜ਼ਹਿਰ ਇਸ ਢੰਗ ਨਾਲ ਤਿਆਰ ਕੀਤਾ, ਪਹਿਲਾਂ ਉਹਨੇ ਬੇਹੋਸ਼ ਹੋਣਾ ਸੀ, ਬੇਹੋਸ਼ੀ ਵਿੱਚ ਹੀ ਉਹਦੀ ਮੌਤ ਹੋ ਜਾਣੀ ਸੀ। ਜਦ 2 ਮਿੰਟ ਜ਼ਹਿਰ ਲੇਟ ਹੋ ਗਿਆ ਤਾਂ ਉਹਨੇ ਸੁਪਰਡੈਂਟ ਨੂੰ ਪੁੱਛਿਆ, ਜਲਾਦ ਨੂੰ ਪੁੱਛਿਆ, ਲਿਆਓ ਭਾਈ ਸਮਾਂ ਤਾਂ ਹੋ ਗਿਆ ਤਾਂ ਜ਼ਹਿਰ ਕਿੱਥੇ ਹੈ? ਉਹ ਕਹਿੰਦੇ ਕਿਸ ਤਰ੍ਹਾਂ ਦਾ ਅਲਵੇਲਾ ਆਦਮੀ ਹੈ ਤੂੰ, ਅਸੀਂ 2-4 ਮਿੰਟ ਤੇਰੀ ਜ਼ਿੰਦਗੀ ਵਧਾਉਣੀ ਚਾਹੁੰਦੇ ਆ, ਵਰਨਾ ਸਮਾਂ ਤਾਂ ਹੋ ਗਿਆ ਤੈਨੂੰ ਜ਼ਹਿਰ ਦੇਣ ਦਾ। ਉਹ ਕਹਿੰਦਾ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ? ਹੁਣ ਇਸ਼ਕ ਉਸ ਅਵਸਥਾ ਤੇ ਪਹੁੰਚ ਚੁੱਕਾ ਹੈ ਆਸ਼ਕ ਦਾ, ਜਿੱਥੇ ਜਾ ਕੇ ਮੈਂ ਜ਼ਿੰਦਗੀ ਜਿਉਣ ਦਾ ਆਨੰਦ ਤੇ ਪ੍ਰਾਪਤ ਕਰ ਲਿਆ। ਹੁਣ ਵੇਖਣਾ ਚਾਹੁੰਦਾ ਵੀ ਮਰਨ ਤੋਂ ਬਾਅਦ ਕੀ ਹੁੰਦਾ। ਇਹ ਹੁੰਦਾ ਇੱਕ ਜਜ਼ਬਾ। ਜ਼ਿੰਦਗੀ ਤੋਂ ਬਾਅਦ ਇੱਕ ਹੋਰ ਜ਼ਿੰਦਗੀ। ਆਮ ਬੰਦੇ ਦੀ ਜ਼ਿੰਦਗੀ ਕੀ ਹੈ? ਬੰਦਾ ਮਰ ਗਿਆ, ਤੀਜੀ ਪੀੜ੍ਹੀ ਨਾ ਉਹਦੀ ਫੋਟੋ ਘਰ 'ਚ ਰਹਿਣ ਦਿੰਦੀ ਹੈ ਤੇ ਨਾ ਉਹਦਾ ਕੋਈ ਜ਼ਮੀਨ ਜਾਇਦਾਦ ਤੇ ਨਾਮੋ ਨਿਸ਼ਾਨ ਲੱਭਦਾ ਹੈ, ਔਰ ਉਹਦੀ ਮੌਤ ਹੋ ਜਾਂਦੀ ਹੈ। ਲੇਕਿਨ ਸ਼ਹੀਦ ਦੀ ਮੌਤ ਇੱਕ ਹੋਰ ਜ਼ਿੰਦਗੀ ਵਿੱਚ ਤਬਦੀਲ ਕਰ ਜਾਂਦੀ ਹੈ ਔਰ ਜੁਗਾਂ ਤੱਕ ਉਹ ਸੰਸਾਰ ਦੀ ਰਹਿਨਮਾਈ ਕਰਦੀ ਰਹਿੰਦੀ ਹੈ। ਇਸੇ ਕਰਕੇ ਕਿਸੇ ਸ਼ਾਇਰ ਨੇ ਕਿਹਾ ਸੀ, ਸ਼ਹੀਦ की जो मौत है वो कौम की हदात है, हदात तो हदात जहाँ मौत बेहदात है। तो ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਕੁਰਬਾਨੀਆਂ ਦੀ ਨੀਂਹ ਰੱਖੀ, ਸ਼ਹਾਦਤਾਂ ਦੀ ਨੀਂਹ ਰੱਖ ਕੇ ਗਏ। ਜਦ ਵੀ ਬਾਅਦ ਵਿੱਚ ਕਿਤੇ ਸ਼ਹਾਦਤ ਦਾ ਸਮਾਂ ਹੁੰਦਾ ਸੀ ਤਾਂ ਧਿਆਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਤੇ ਟਿਕ ਜਾਂਦਾ ਸੀ। ਬੇਸ਼ੱਕ ਉਹ ਪੁਰਾਤਨ ਯੁੱਗ ਦੀਆਂ ਸ਼ਹਾਦਤਾਂ ਹੋਣ ਔਰ ਬੇਸ਼ੱਕ ਨਵੇਂ ਯੁੱਗ ਦੀਆਂ ਸ਼ਹਾਦਤਾਂ ਹੋਣ, ਜਿਹਦੇ ਵਿੱਚ 1984 ਦੀਆਂ ਸ਼ਹਾਦਤਾਂ। ਔਰ ਉਹ ਸ਼ਹਾਦਤ ਦਾ ਪ੍ਰਤੀਕਰਮ ਹੈ ਕਿ ਭਾਈ ਹਰਜਿੰਦਰ ਸਿੰਘ ਜਿੰਦੇ ਨੂੰ, ਭਾਈ ਸੁਖਦੇਵ ਸਿੰਘ ਸੁੱਖੇ ਨੂੰ ਫਾਂਸੀ ਦੇਣ ਵਾਲਾ ਜੱਜ ਹਿੰਦੁਸਤਾਨ ਦੀ ਕਾਨੂੰਨੀ ਪ੍ਰਕਿਰਿਆ ਤਾਂ ਪੂਰੀ ਕਰ ਦਿੰਦਾ ਹੈ, ਲੇਕਿਨ ਉਹਨਾਂ ਦੇ ਸਤਿਕਾਰ ਵਿੱਚ ਆਪਣੇ ਡਰਾਇੰਗ ਰੂਮ ਵਿੱਚ ਉਹਨਾਂ ਦੀ ਫੋਟੋ ਵੀ ਲਾ ਲੈਂਦਾ ਹੈ। ਕਾਰਨ ਉੱਥੇ ਉਹ ਜੱਜ ਹੈ,
ਉੱਥੇ ਲਾਂਭੇ ਨਹੀਂ ਜਾਏਗਾ। ਲੇਕਿਨ ਇੱਕ ਵਿਅਕਤੀਗਤ ਤੌਰ ਤੇ ਉਹ ਕਹਿੰਦਾ ਇਦਾਂ ਦੇ ਮਰਦ ਜਿਨ੍ਹਾਂ ਨੇ ਫਾਂਸੀ ਨੂੰ ਸੁਣ ਕੇ ਔਰ ਮੈਨੂੰ ਵਧਾਈਆਂ ਦੇਣ ਦੀ ਕੋਸ਼ਿਸ਼ ਕੀਤੀ। ਔਰ ਇੱਥੋਂ ਤੱਕ ਭਾਈ ਹਰਜਿੰਦਰ ਸਿੰਘ ਜੀ ਨੇ ਕਿਹਾ ਸੀ, ਜੱਜ ਸਾਹਿਬ ਜੇ ਤੁਹਾਡੇ ਹੁਕਮ ਅਧੀਨ ਇਹ ਗੱਲ ਆਉਂਦੀ ਹੈ ਤੇ ਫਾਂਸੀ ਦੇਣ ਦਾ ਪ੍ਰਬੰਧ ਖੁੱਲੇ ਮੈਦਾਨ 'ਚ ਕਰ ਦਿਓ। ਉਹ ਕਹਿੰਦਾ ਇਹਦਾ ਕਾਰਨ, ਕਹਿੰਦਾ ਬਸ ਸੰਸਾਰ ਨੂੰ ਇਤਿਹਾਸ ਹੀ ਦੱਸਣਾ ਸੀ, ਸਾਰੀ ਦੁਨੀਆ ਦੀ ਪ੍ਰੈਸ ਪੂਨੇ ਆਵੇ ਔਰ ਅਸੀਂ ਫਾਂਸੀ ਤੇ ਹੱਸ ਕੇ ਚੜਾਂਗੇ ਔਰ ਹੱਸਦਿਆਂ ਹੱਸਦਿਆਂ ਆਪਣੇ ਪੁਰਾਣੇ ਸ਼ਹੀਦਾਂ ਨੂੰ ਯਾਦ ਕਰਕੇ ਜਦ ਫਾਂਸੀ ਦਾ ਰੱਸਾ ਗਲ ਵਿੱਚ ਪਾਵਾਂਗੇ, ਆਉਣ ਵਾਲੀ ਤਵਾਰੀਖ ਇਸ ਤਰ੍ਹਾਂ ਲਿਖੀ ਜਾਏਗੀ, ਸਿੱਖ ਜਿਉਂਦਾ ਵੀ ਅਣਖ ਨਾਲ ਤੇ ਮਰਦਾ ਵੀ ਸ਼ਾਨ ਨਾਲ। ਆਖੋ ਸਤਨਾਮ। ਔਰ ਇਹ ਪ੍ਰਕਿਰਿਆ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਤੋਂ ਤੁਰਦੀ ਉਨੀ ਐਸੀ ਰੱਖ ਜਾਂਦੇ ਨੇ। ਉਸ ਤੋਂ ਬਾਅਦ ਸ਼ਹਾਦਤਾਂ ਦਾ ਇੱਕ ਲੰਮਾ ਦੌਰ ਸ਼ੁਰੂ ਹੋ ਜਾਂਦਾ। ਆਓ ਇੱਕ ਬੜੀ ਪਿਆਰੀ ਕਵਿਤਾ ਔਰ ਆਪ ਜੀ ਨਾਲ ਸਾਂਝੀ ਕੀਤੀ ਜਾਂਦੀ ਹੈ। ਸਿੱਖਾ ਪੜ੍ਹ ਵੇਖੀ ਇਤਿਹਾਸ ਜਰਾ ਲਹੂ ਲਿਬੜੇ ਵਰਕੇ, ਖਾਸ ਜਰਾ ਸ਼ਹੀਦਾਂ ਦੇ ਲਹੂ ਨੂੰ ਪ੍ਰਣਾਮ ਕਰਦਿਆਂ ਚਾਰ ਲੈਣਾ ਸਰਵਣ ਕਰੋ, ਇਉਂ ਬੇਨਤੀ ਕੀਤੀ ਜਾ ਰਹੀ। ਤੂੰ ਪੜ੍ਹ ਵੇਖੀ ਇਤਿਹਾਸ ਜਰਾ ਲਹੂ ਲਿਬੜੇ ਵਰਕੇ, ਖਾ ਜਰਾ ਕਰ ਦਿਲ ਅੰਦਰ ਐਸਾ ਜਰਾ ਕਿੰਜ ਮੋੜੇ ਵੈਣ ਤਫਾਨਾਂ ਦੇ। ਹੱਸ ਧਰਮ ਤੋਂ ਜੋ ਕੁਰਬਾਨ ਹੋਏ ਤਨ ਜਿਗਰੇ ਮਰਦ, ਤਨ ਜਿਗਰੇ ਮਰਦ ਜਵਾਨਾਂ ਦੇ। ਜਦ ਇਸ਼ਕ ਦੇ ਪਰਚੇ ਪੈਂਦੇ ਰੇ ਸੰਘਾਸ ਕੇ ਦੁਖੜੇ ਸਹਿੰਦੇ ਰੇ, ਪਾਣੇ ਨੂੰ ਮਿੱਠਾ ਕਹਿੰਦੇ ਰੇ ਤਨ ਜਜ਼ਬਾ ਇਸ਼ਕ ਮਰੀਦਾਂ ਦਾ। ਤਵੀਆਂ ਤੇ ਆਸਣ ਲਾ ਕੇ ਤੇ ਗੁਰੂ ਬਣ ਗਏ ਮੁੱਢ, ਗੁਰੂ ਬਣ ਗਏ ਮੁੱਢ ਸ਼ਹੀਦਾਂ ਦਾ। ਕੀ ਇਤਿਹਾਸ ਜਰਾ ਲਹੂ ਲਿਬੜੇ ਵਰਕੇ, ਖਾ ਜਰਾ ਕਰ ਦਿਲ ਅੰਦਰ ਐਸਾ ਜਰਾ ਕਿੰਜ ਮੋੜੇ ਵੈਣ ਤਫਾਨਾਂ ਦੇ। ਹੱਸ ਧਰਮ ਤੋਂ ਜੋ ਕੁਰਬਾਨ ਹੋਏ ਤਨ ਜਿਗਰੇ ਮਰਦ, ਤਨ ਜਿਗਰੇ ਮਰਦ ਜਵਾਨਾਂ ਦੇ। ਪਰਚੇ ਪੈਂਦੇ ਰੇ ਸੰਘਾਸ ਕੇ ਦੁਖੜੇ ਸਹਿੰਦੇ ਰੇ, ਪਾਣੇ ਨੂੰ ਮਿੱਠਾ ਕਹਿੰਦੇ ਰੇ ਤਨ ਜਜ਼ਬਾ ਇਸ਼ਕ ਮਰੀਦਾਂ ਦਾ। ਤਵੀਆਂ ਤੇ ਆਸਣ ਲਾ ਕੇ ਤੇ ਗੁਰੂ ਬਣ ਗਏ ਮੁੱਢ, ਗੁਰੂ ਬਣ ਗਏ ਮੁੱਢ ਸ਼ਹੀਦਾਂ ਦਾ। ਗੁਰੂਆਂ ਦਾ ਧਰਮ ਬਚਾਵਣ ਲਈ ਰੋਂਦਿਆਂ ਨੂੰ ਗਲ ਨਾਲ ਲਾਵਣ ਲਈ ਤੇ ਜੀਵਨ ਜਾਂਚ ਸਿਖਾਵਣ ਲਈ ਖੁਦ ਸੀਸ ਧਰਮ ਤੋਂ ਵਾਰ ਦਿੱਤਾ। ਹਿੰਦ ਦੇਸ਼ ਦੇ ਡੁੱਬਦੇ ਬੇੜੇ ਨੂੰ ਕਰ ਭਵ ਸਾਗਰ ਚੋਂ, ਕਰ ਭਵ ਸਾਗਰ ਚੋਂ ਪਾਰ ਦਿੱਤਾ। ਲੱਖਾਂ ਫੌਜਾਂ ਚੜੀਆਂ ਸੀ, ਇੱਕ ਤਾਣ ਮੁਸ਼ਕਲਾਂ ਖੜੀਆਂ ਸੀ, ਵੀਰਾਂ ਦੀਆਂ ਲੱਗੀਆਂ ਝੜੀਆਂ ਸੀ, ਸਿੰਘ ਮਾਰ ਰਹੇ ਲਲਕਾਰੇ ਸੀ। ਧਨ ਕਲਗੀ ਧਰ ਦਸ਼ਮੇਸ਼ ਪਿਤਾ ਹਸਲਾਲ ਧਰਮ ਤੋਂ, ਹਸਲਾਲ ਧਰਮ ਤੋਂ ਵਾਰੇ ਸੀ। ਤੜਫ ਉੱਠੀ ਤਕਦੀਰ ਜਦੋਂ ਤੜਫੀ ਉੱਠੀ ਤਕਦੀਰ ਜਦੋਂ ਕਰ ਦਿੱਤੀ ਜ਼ੁਲਮ ਅਖੀਰ, ਜਦੋਂ ਨਹੀਂ ਥਿੜਕੇ ਦੋਵੇਂ ਵੀਰ, ਜਦੋਂ ਲੱਖ ਦਿੱਤੇ ਕਸ਼ਟ ਚੰਡਾਲਾਂ ਨੇ। ਹੱਸ ਪੀਤਾ ਜਾਮ ਸ਼ਹਾਦਤ ਦਾ ਸਤਿਗੁਰ ਦੇ ਨਿੱਕਿਆਂ, ਸਤਿਗੁਰ ਦੇ ਛੋਟਿਆਂ ਲਾਲਾਂ ਨੇ। ਸੁਣ ਇਸ਼ਕ ਕੀ ਬੋਲ ਰਿਹਾ, ਰੂਹ ਕੰਬਦੀ ਸੀਨਾ ਡੋਲ ਰਿਹਾ, ਪਾਪਾਂ ਦਾ ਸਾਗਰ ਖੋਲ ਰਿਹਾ ਪਰ ਕੰਡਿਆਂ ਤੀਕਰ ਆਇਆ ਏ। ਜਦ ਦਿਲ ਪੁੱਤਰ ਦਾ ਕੱਢ ਕੇ ਤੇ ਬਾਪੂ ਦੇ ਮੂੰਹ ਵਿੱਚ, ਬੰਦੇ ਦੇ ਮੂੰਹ ਵਿੱਚ ਪਾਇਆ ਏ। ਜਦ ਹਣ ਜਾਬਰ ਦਾ ਚੜਿਆ ਸੀ, ਆ ਦੇਸ਼ ਤੇਰੇ ਵਿੱਚ ਵੜਿਆ ਸੀ, ਸਿੰਘ ਬਿਨਾਂ ਸੀਸ ਤੋਂ ਲੜਿਆ ਸੀ, ਜੋ ਆਖੇ ਬੋਲ ਪਗਾਵਣ ਲਈ। ਹੱਸ ਸੀਸ ਤਲੀ ਤੇ ਧਰ ਕੇ ਤੇ ਸਤਿਗੁਰ ਨੂੰ ਭੇਟ, ਸਤਿਗੁਰ ਨੂੰ ਭੇਟ ਚੜਾਵਣ ਲਈ। ਕਰ ਇਸ਼ਕ ਦੀ ਹੱਦ ਵਿਖਾਉਂਦੇ ਰੇ, ਕਹਿ ਕਹਿ ਕੇ ਬੰਦ ਕਟਵਾਉਂਦੇ ਰੇ, ਚੜ ਚੜ ਖੜੀ ਨਗਮੇ ਗਾਉਂਦੇ ਰੇ, ਨਹੀਂ ਰੱਖਿਆ ਡਰ ਸਰਕਾਰਾਂ ਦਾ। ਨਾ ਰੁਕਿਆ ਏ ਨਾ ਝੁਕਿਆ ਏ ਦਲ ਅਣਖੀ ਸ਼ਾਹ, ਦਲ ਅਣਖੀ ਸ਼ਾਹ ਸਵਾਰਾਂ ਦਾ। ਮਾਂ ਦੀ ਪੱਠੀ ਝੋਕੇ ਤੇ ਬੜ ਲਾਲ ਮਾਵਾਂ ਤੋਂ ਖੋ ਕੇ ਤੇ ਨੇਜਾਂ ਦੇ ਵਿੱਚ ਬਰੋ ਕੇ ਤੇ ਕਰ ਦਿੱਤੇ
ਕਤਲ ਕਸਾਈਆਂ ਨੇ। ਹਸ ਧਰਮ ਦੇ ਬਦਲੇ ਪੁੱਤਰਾਂ ਦੇ ਗਲਹਾਰ ਪਵਾ ਲਏ, ਗਲਹਾਰ ਪਵਾ ਲਏ ਮਾਈਆਂ ਨੇ। ਹਸਕਸਤ ਸਿਰਾਂ ਤੇ ਜਰ ਜਰ ਕੇ ਜਜ਼ਬਿਆਂ ਦੇ ਸਾਗਰ ਤਰ ਤਰ ਕੇ ਇਹ ਮਸਾ ਬਚਾਈ ਮਰ ਮਰ ਕੇ ਜਦ ਜ਼ੋਰ ਪਿਆ ਜਰਵਾਣੇ ਦਾ। ਕਿੰਜ ਜਾਂ ਸਿਦਕ ਤੋਂ ਵਾਰੀ ਦੀ ਉਹ ਦੱਸਦਾ ਜੰਡ, ਉਹ ਦੱਸਦਾ ਜੰਡ ਨਨਕਾਣੇ ਦਾ। ਚਾਹੇ ਕਾਬਲੀਅਤ ਕੰਧਾਰ ਹੋਵੇ, ਚਾਹੇ ਕਾਬਲੀਅਤ ਕੰਧਾਰ ਹੋਵੇ, ਭਾਵੇਂ ਗੋਰਿਆਂ ਦੀ ਸਰਕਾਰ ਹੋਵੇ ਜਾਂ ਦਿੱਲੀ ਦਾ ਦਰਬਾਰ ਹੋਵੇ, ਸਭ ਸ਼ਾਨ ਤੇਰੀ ਤੋਂ ਸੜਦੇ ਰਹੇ। ਤੇਰੀ ਅਜ਼ਮਤ ਨੂੰ ਹੱਥ ਪਾਉਣ ਲਈ ਨਿਤ ਨਵੀਂ ਥਿਊਰੀ, ਨਿਤ ਨਵੀਂ ਪਾਲਸੀ ਕੱਢਦੇ ਰਹੇ। ਖੰਡੇ ਦੀ ਧਾਰ ਵਿੱਚੋਂ ਤੂੰ ਵੱਖਰਾ ਹੈ ਸੰਸਾਰ ਵਿੱਚੋਂ, ਭਾਗੋ ਵਾਲੀ ਲਹੂ ਦੀ ਧਾਰ ਵਿੱਚੋਂ ਤੱਕ ਹਰਕਤ ਨਵੇਂ ਹਾਲਾਤਾਂ ਦੀ। ਜੋ ਰਾਗ ਅਣਖ ਦਾ ਸ਼ੇਰ ਦਵੇ ਕੋਈ ਲਿਖ ਕਵਿਤਾ, ਕੋਈ ਲਿਖ ਕਵਿਤਾ ਜਜ਼ਬਾਤਾਂ ਦੀ। ਸੋ ਖਾਲਸਾ ਜੀ, ਇਹ ਸਾਡੀ ਇਤਿਹਾਸਕ ਤਵਾਰੀਖ, ਸਾਡਾ ਇਤਿਹਾਸਕ ਖਜ਼ਾਨਾ, ਜਿਸ ਨੂੰ ਯਾਦ ਕਰਕੇ ਅਸੀਂ ਹਮੇਸ਼ਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਚੇਤ ਕਰਦੇ ਹਾਂ, ਭਾਈ ਆਪਣੀ ਤਵਾਰੀਖ ਨੂੰ ਯਾਦ ਰੱਖੋ। ਕਿਸੇ ਵਿਦਵਾਨ ਨੇ ਬਹੁਤ ਸੁੰਦਰ ਲਿਖਿਆ ਹੈ, ਉਹ ਕਹਿੰਦਾ ਹਿਸਟਰੀ ਕੀ ਹੁੰਦੀ ਹੈ? ਅਤੀਤ ਤੇ ਵਰਤਮਾਨ ਦਾ ਸੰਵਾਦ, ਅਤੀਤ ਤੇ ਵਰਤਮਾਨ ਦੀ ਮੁਲਾਕਾਤ, ਜਿਹਦੇ ਵਿੱਚੋਂ ਵਰਤਮਾਨ ਨੇ ਭਵਿੱਖ ਨਾਪਣਾ ਹੁੰਦਾ ਹੈ। ਯਾਨੀ ਕੌਮਾਂ ਨੇ ਆਪਣਾ ਭਵਿੱਖ ਸਿੱਧਣ ਵਾਸਤੇ ਆਪਣੇ ਅਤੀਤ ਨੂੰ ਪੜ੍ਹਨਾ ਹੁੰਦਾ ਹੈ, ਆਪਣੇ ਵੱਡ ਵਡੇਰਿਆਂ ਦੇ ਇਤਿਹਾਸ ਨੂੰ ਵਾਚਣਾ ਹੁੰਦਾ, ਤੇ ਫਿਰ ਕੋਈ ਆਉਣ ਵਾਲਾ ਜਿਹੜਾ ਫੈਸਲਾ ਹੈ ਉਹ ਤੈਅ ਕਰਨਾ ਹੁੰਦਾ ਹੈ। ਇਸੇ ਕਰਕੇ ਕੌਮਾਂ ਪੁਰਾਤਨ ਕਮਜ਼ੋਰੀਆਂ ਤੋਂ ਸਬਕ ਸਿੱਖਦੀਆਂ ਨੇ। ਜਿੱਥੇ ਕਿਤੇ ਕੋਈ ਮਾਰ ਪੈਂਦੀ ਹੈ ਉਹਦੇ ਤੋਂ ਸਬਕ ਸਿੱਖਦੇ ਨੇ ਵੀ ਉਦੋਂ ਇਹ ਸਾਡੇ ਨਾਲ ਇਸ ਤਰ੍ਹਾਂ ਹੋਇਆ ਤੇ ਹੁਣ ਅੱਗੇ ਇਸ ਤਰ੍ਹਾਂ ਨਾ ਹੋਵੇ। ਇਸ ਕਰਕੇ ਇਤਿਹਾਸ ਦੀ ਰੋਸ਼ਨੀ ਵਿੱਚ ਅੱਗੇ ਤੁਰਨਾ ਪੈਂਦਾ ਹੈ। ਇੱਕ ਕਵਿਤਾ 20ਵੀਂ ਸਦੀ ਦੇ ਮਹਾਨ ਜਰਨੈਲ ਸ਼੍ਰੀਮਾਨ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਮੁਤਲਕ, ਜਿਨ੍ਹਾਂ ਦਾ ਇਤਿਹਾਸ ਦੇ ਮੰਚ ਉੱਤੇ ਆਉਣ ਦਾ ਸਮਾਂ ਬੜਾ ਸੀਮਤ ਜਿਹਾ ਹੈ, ਕਿਉਂਕਿ 1977 ਤੋਂ ਪਹਿਲਾਂ ਉਹ ਇਤਿਹਾਸਕ ਗਤੀਵਿਧੀਆਂ ਵਿੱਚ ਕਿਤੇ ਨਜ਼ਰ ਨਹੀਂ ਆਉਂਦੇ, ਨਾ ਉਹ ਕਿਸੇ ਰਾਜਨੀਤਿਕ ਸਰਗਰਮੀ ਵਿੱਚ, ਨਾ ਕਿਸੇ ਧਾਰਮਿਕ ਸਰਗਰਮੀ ਵਿੱਚ। ਲੇਕਿਨ 77 ਤੋਂ 84 ਤੱਕ ਥੋੜਾ ਜਿਹਾ ਅਰਸਾ ਉਹਨਾਂ ਨੂੰ ਇੱਕ ਮਹਾਨ ਨਾਇਕ ਦੇ ਰੂਪ ਵਿੱਚ ਪੇਸ਼ ਕਰ ਜਾਂਦਾ ਹੈ, ਤੇ ਵੱਡੇ ਵੱਡੇ ਵਿਦਵਾਨਾਂ ਦੀ ਰਾਏ ਇਸ ਮਸਲੇ ਤੇ ਆ ਕੇ ਇੱਕ ਹੋ ਜਾਂਦੀ ਹੈ ਕਿ 20ਵੀਂ ਸਦੀ ਦਾ ਮਹਾਨ ਜਰਨੈਲ ਕਿਸ ਨੂੰ ਮੰਨਿਆ ਜਾਏ, ਤੇ ਨਿਗਾਹ ਸੰਤ ਜਰਨੈਲ ਸਿੰਘ ਤੇ ਟਿਕ ਜਾਂਦੀ ਹੈ। ਔਰ ਖਾਲਸਾ ਜੀ ਕੀ ਉਹ ਕੋਈ ਸਰੀਰਕ ਰੂਪ ਵਿੱਚ ਬੜੇ ਵੱਡੇ ਬਲਵਾਨ ਸਨ, ਜਿਨ੍ਹਾਂ ਨੇ ਦਰਸ਼ਨ ਕੀਤੇ ਨੇ, ਅਸਾਂ ਵੀ ਕੀਤੇ, ਉਦੋਂ 10ਵੀਂ ਚ ਪੜ੍ਹਦੇ ਸਾਂ, ਔਰ ਕੋਲ ਬਹਿ ਬਹਿ ਕੇ ਉਹਨਾਂ ਦੇ ਲੈਕਚਰ ਸੁਣੇ ਨੇ। ਔਰ ਸਰੀਰਕ ਰੂਪ ਵਿੱਚ ਉਹ ਸਾਡੇ ਵਰਗੇ ਸਨ, ਔਰ ਧਨ ਦੌਲਤ ਇਹਦੇ ਪੱਖੋਂ ਵੀ ਕੋਈ ਉਹ ਕਿਸੇ ਰਾਜੇ ਮਹਾਰਾਜੇ ਦੇ ਪੁੱਤਰ ਨਹੀਂ ਸਨ। ਇੱਕ ਆਮ ਜਨ ਸਧਾਰਨ ਘਰਾਣੇ ਵਿੱਚ ਉਹ ਜਨਮ ਲੈਂਦੇ ਨੇ, ਲੇਕਿਨ ਪੂਰਬਲੇ ਜਨਮਾਂ ਦੀ ਕੋਈ ਕਮਾਈ ਤੇ ਆਪਣੇ ਕੌਮ ਪ੍ਰਤੀ ਉਹਨਾਂ ਦਾ ਸਿਦਕ ਤੇ ਦ੍ਰਿੜ ਵਿਸ਼ਵਾਸ ਔਰ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਉਣਾ ਉਹਨਾਂ ਨੂੰ ਮੰਚ ਤੇ ਲੈ ਜਾਂਦਾ ਹੈ। 28 ਮੀਟਿੰਗਾਂ ਬਲੂ ਸਟਾਰ ਐਕਸ਼ਨ ਤੋਂ ਪਹਿਲਾਂ ਹੁੰਦੀਆਂ ਨੇ ਕੌਮ ਦੇ ਲੀਡਰਾਂ ਨਾਲ, ਔਰ ਹਰ ਲੀਡਰ ਨੂੰ ਇੰਦਰਾ ਗਾਂਧੀ ਨੇ ਪਰਖਿਆ। ਕਿਸੇ ਨਾਲ ਚੰਡੀਗੜ੍ਹ ਮੀਟਿੰਗ ਕੀਤੀ, ਕਿਸੇ ਨਾਲ ਦਿੱਲੀ ਕੀਤੀ, ਔਰ ਕੱਲਿਆਂ ਇਸ ਕਰਕੇ ਕੀਤੀਆਂ ਕਿ ਇਹਨਾਂ ਲੀਡਰਾਂ ਦੇ ਮਨਾਂ ਵਿੱਚ ਕੌਮ ਪ੍ਰਤੀ ਕਿੰਨਾ ਦਰਦ ਹੈ ਤੇ ਕੁਰਸੀ ਪ੍ਰਤੀ ਕਿੰਨਾ ਮੋਹ ਹੈ। ਕਿਉਂਕਿ ਜਦੋਂ ਪਰਖਣਾ ਹੁੰਦਾ ਬੋਲਾਂ ਤੋਂ ਬੰਦੇ ਨੂੰ ਪਰਖਿਆ ਜਾਂਦਾ। ਔਰ ਸਾਰੇ ਹੀ ਲੀਡਰਾਂ ਦੀ ਵਿਚਾਰਧਾਰਾ ਦੇ ਪਿੱਛੇ ਇੱਕ ਚੀਜ਼ ਕੰਮ ਕਰ ਰਹੀ ਸੀ ਕਿ ਕੌਮ ਦਾ ਕੁਝ ਬਣੇ ਚਾਹੇ ਨਾ ਬਣੇ, ਪੰਜਾਬ ਦੀ ਕੁਰਸੀ ਮਿਲਣੀ ਚਾਹੀਦੀ ਹੈ। ਤਾਂ ਉਹਨੇ ਵੇਖ ਲਿਆ ਸੀ ਵੀ ਕੌਮ ਨੂੰ ਜੇਲ੍ਹਾਂ ਵਿੱਚ ਸੁੱਟਣ ਵਾਲੇ, ਕੌਮ ਦੀਆਂ ਸ਼ਹਾਦਤਾਂ ਕਰਵਾਉਣ ਵਾਲੇ ਰਾਜਨੀਤਿਕ ਪੋਲੀਟੀਕਲ ਲੀਡਰ ਲੋਕ ਇਮਾਨਦਾਰ ਨਹੀਂ ਆਪਣੀ ਕੌਮ ਪ੍ਰਤੀ। ਇਹ ਤਾਂ ਕੁਰਸੀ ਭਾਲਦੇ ਨੇ, ਔਰ ਕੁਰਸੀ ਦੇ ਕੇ ਇਹਨਾਂ ਨੂੰ ਖਰੀਦਿਆ ਜਾ ਸਕਦਾ। ਫਿਰ ਸੰਤ ਜਰਨੈਲ ਸਿੰਘ ਜੀ ਨਾਲ ਵੀ ਸਮਾਂ ਰੱਖਿਆ ਸੀ, ਪਰ ਉਹਨਾਂ ਨੇ ਜਵਾਬ ਵਿੱਚ ਕਿਹਾ ਸੀ ਕਿ ਪੰਥ ਦੀ ਗੱਲ ਦਿੱਲੀ ਜਾ ਕੇ ਨਹੀਂ ਹੋ ਸਕਦੀ,
ਤੇ ਕੱਲਿਆਂ ਵੱਖਰੇ ਕਮਰੇ ਵਿੱਚ ਨਹੀਂ ਹੋ ਸਕਦੀ। ਉਹਨਾਂ ਨੂੰ ਪੁੱਛਿਆ ਕਿਉਂ? ਉਹਨਾਂ ਆਖਿਆ ਪੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰੋਸ਼ਨੀ ਵਿੱਚ ਵੱਧਦਾ ਹੈ। ਮਾਮਲਾ ਪੰਥ ਦਾ, ਸ਼ਹਾਦਤਾਂ ਅਨੇਕਾਂ ਹੋ ਚੁੱਕੀਆਂ ਨੇ ਔਰ ਕੁਰਬਾਨੀਆਂ ਹੋ ਚੁੱਕੀਆਂ ਨੇ, ਤੇ ਪੰਥ ਦੇ ਮਸਲੇ ਦੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਹੀ ਹੋ ਸਕਦੀ। ਇਹ ਸੀ ਉਹਨਾਂ ਦਾ ਧਰਮ ਪ੍ਰਤੀ ਦ੍ਰਿੜ ਵਿਸ਼ਵਾਸ। ਔਰ ਬੇਸ਼ੱਕ ਪਹਿਲੀਆਂ ਗਤੀਵਿਧੀਆਂ ਕੁਝ ਵੀ ਹੋਣ, ਲੇਕਿਨ ਅਖੀਰ ਤੇ ਜਾ ਕੇ ਸੰਤ ਜਰਨੈਲ ਸਿੰਘ ਜੀ ਇਸ ਗੱਲ ਤੇ ਡਟ ਗਏ ਸੀ ਕਿ ਜਾਂ ਹੁਣ ਕੌਮ ਦੀ ਅਜ਼ਮਤ ਰਹੇਗੀ ਤੇ ਜਾਂ ਸ਼ਹਾਦਤ ਹੋਏਗੀ। ਇਸ ਕਰਕੇ ਉਹਨਾਂ ਨੇ ਹਰ ਮਸਲੇ ਨੂੰ ਬੜਾ ਤੋਲਿਆ ਔਰ ਬੜਾ ਪਰਖਿਆ। ਸਰਕਾਰਾਂ ਦੇ ਹੱਥ ਬੜੇ ਲੰਮੇ ਹੁੰਦੇ, ਕਿਉਂਕਿ ਉਦੋਂ ਸਾਡੇ ਕੋਲ ਪ੍ਰੈਸ ਕੀ ਸੀ। ਮੈਂ ਕੱਲ ਵੀ ਗਿਆਨੀ ਜੀ ਨਾਲ ਗੱਲ ਕਰ ਰਿਹਾ ਸਾਂ, ਜਲੰਧਰ ਤੋਂ ਸਾਰਾ ਹੀ ਜਿਹੜਾ ਹਿੰਦ ਸਮਾਚਾਰ ਗਰੁੱਪ ਸੀ ਉਹ ਸਾਡੇ ਖਿਲਾਫ ਭੁਗਤਦਾ ਸੀ। ਉਹਨਾਂ ਤੇ ਆਨੰਦਪੁਰ ਦੇ ਮਤੇ ਨੂੰ ਵੀ ਵੱਖਵਾਦੀ ਕਹਿ ਕੇ ਸਾਰੇ ਦੇਸ਼ ਵਿੱਚ ਭੰਡਤਾ ਸੀ। ਆਨੰਦਪੁਰ ਦੇ ਮਤੇ ਵਿੱਚ ਇੱਕ ਵੀ ਗੱਲ ਦੇਸ਼ ਵਿਰੋਧੀ ਨਹੀਂ ਸੀ। ਆ ਤੁਹਾਡੇ ਕੈਨੇਡਾ ਵਿੱਚ ਕੀ ਹੈ? ਸਟੇਟਾਂ ਖੁਦ ਮੁਖਤਿਆਰ ਨੇ, ਭਾਵ ਜਿਹੜੇ ਵੱਡੇ ਮਹਿਕਮੇ ਨੇ, ਡਿਫੈਂਸ ਮਹਿਕਮਾ ਹੈ, ਡਾਕਤਾਰ ਮਹਿਕਮਾ ਹੈ, ਹੋਰ 2-4 ਮਹਿਕਮੇ ਇਹ ਸੈਂਟਰ ਆਪਣੇ ਕੋਲ ਰੱਖ ਲਏ ਤੇ ਬਾਕੀ ਸਟੇਟ ਨੂੰ ਆਪਣਾ ਤਰੱਕੀ ਕਰਨ ਦਾ ਮੌਕਾ ਦਿੱਤਾ ਜਾਏ। ਲੇਕਿਨ ਇਸ ਗੱਲ ਨੂੰ ਵੀ ਸਿੱਖਾਂ ਦੇ ਪੇਟ ਵਿੱਚ ਪਾ ਕੇ ਕਿ ਵੇਖੋ ਜੀ ਇਹ ਤਾਂ ਆਨੰਦਪੁਰ ਦੇ ਮਤੇ ਦੀ ਗੱਲ ਕਰਦੇ ਹੋ, ਆਨੰਦਪੁਰ ਨਾਂ ਰੱਖਣਾ ਹੀ। ਔਰ ਹਿੰਦੁਸਤਾਨ ਦੀ ਪ੍ਰੈਸ ਨੇ ਇੰਨਾ ਵੱਡਾ ਪ੍ਰਚਲਿਤ ਕਰ ਦਿੱਤਾ ਵੀ ਇਹ ਅਲੱਗ ਸਟੇਟ ਦੀ ਮੰਗ ਕਰਦੇ ਆ, ਹਾਲਾਂਕਿ ਉਹਦੇ ਵਿੱਚ ਸਾਰੇ ਹੀ ਦੇਸ਼ ਦਾ ਭਲਾ ਸੀ, ਕਿਉਂਕਿ ਇਹ ਮਤਾ ਹਿੰਦੁਸਤਾਨ ਦੀਆਂ ਸਾਰੀਆਂ ਸਟੇਟਾਂ ਨੂੰ ਸੈਂਟਰ ਸਰਕਾਰ ਦੀ ਕੈਦ ਚੋਂ ਆਜ਼ਾਦ ਹੋਣ ਵਾਲੇ ਪਾਸੇ ਵੱਲ ਨੂੰ ਵੱਧਦਾ ਸੀ। ਔਰ ਇਸ ਦੇ ਨਾਲ ਨਾਲ ਜਿਹੜੇ ਬਲੂ ਸਟਾਰ ਦੇ ਉੱਤੇ ਦੋਸ਼ ਲਾਏ ਗਏ, ਜਿੰਨੇ ਕੁ ਕਤਲ ਉਦੋਂ ਪੰਜਾਬ 'ਚ ਹੁੰਦੇ ਸੀ, ਤੁਸੀਂ ਅੱਜ ਵੀ ਖਬਰਾਂ ਕੱਢ ਕੇ ਵੇਖ ਲਓ, ਇਹਦੇ ਨਾਲੋਂ 3 ਗੁਣਾ ਵੱਧ ਬਿਹਾਰ 'ਚ ਹੁੰਦੇ ਸੀ। ਡਾਕੇ ਵੱਧ ਬਿਹਾਰ ਤੇ ਯੂਪੀ 'ਚ ਵੱਜਦੇ ਸੀ। ਪਰ ਉਹਨਾਂ ਨਿੱਕੀਆਂ ਨਿੱਕੀਆਂ ਘਟਨਾਵਾਂ ਨੂੰ ਵੀ ਇੰਨਾ ਉਭਾਰਿਆ ਗਿਆ ਜਿਵੇਂ ਸਿੱਖ ਕੌਮ ਇੱਕ ਦੇਸ਼ ਭਗਤ ਨਾ ਹੋਵੇ, ਇਹ ਦੇਸ਼ ਧਰੋਹੀ ਹੋਵੇ ਤੇ ਦੇਸ਼ ਧਰੋਹੀ ਦੀਆਂ ਸਾਰੀਆਂ ਸਰਗਰਮੀਆਂ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਹੋਵੇ ਤੇ ਅਟੈਕ ਕਰਨ ਵਾਸਤੇ ਜ਼ਮੀਨ ਭੂਮੀ ਤਿਆਰ ਕਰ ਲਏ ਗਏ। ਇੱਕ ਵਾਰੀ ਇੰਦਰਾ ਗਾਂਧੀ ਨੇ ਬਿਆਨ ਦਿੱਤਾ, ਔਰ ਸੰਤ ਜਰਨੈਲ ਸਿੰਘ ਜੀ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸਿੱਖ ਸਾਰੇ ਦੇਸ਼ ਵਿੱਚ ਵੱਸਦੇ ਨੇ ਤੇ ਇਹਨਾਂ ਦੀ ਗਿਣਤੀ ਆਟੇ ਵਿੱਚ ਲੂਣ ਦੇ ਬਰਾਬਰ ਵੀ ਨਹੀਂ ਹੈ। ਇਸ ਕਰਕੇ ਇਹਨਾਂ ਨੂੰ ਆਪਣੀ ਔਕਾਤ ਵਿੱਚ ਰਹਿਣਾ ਚਾਹੀਦਾ ਹੈ, ਕਿਉਂਕਿ ਇਹ ਬਹੁਤ ਘੱਟ ਗਿਣਤੀ ਵਿੱਚ, ਹਾਲਾਂਕਿ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਜਿਹੜਾ ਬੰਦਾ ਬੈਠਾ ਹੋਵੇ ਉਹਦੀ ਡੈਮੋਕ੍ਰੇਸੀ ਇਜਾਜ਼ਤ ਨਹੀਂ ਦਿੰਦੀ ਕਿ ਇਸ ਤਰ੍ਹਾਂ ਦਾ ਬਿਆਨ ਕਿਸੇ ਘੱਟ ਗਿਣਤੀ ਕੌਮ ਪ੍ਰਤੀ ਦੇਵੇ, ਪਰ ਉਹ ਆਪਣੀ ਜ਼ਿੰਮੇਵਾਰੀ ਤੋਂ ਲਾਂਭੇ ਹੋ ਕੇ ਉਹਨੇ ਕੁਝ ਬੰਦਿਆਂ ਦੇ ਆਖੇ ਲਾ ਕੇ ਇਹ ਬਿਆਨ ਦਿੱਤਾ। ਕਿਉਂਕਿ ਬਲੂ ਸਟਾਰ ਨੂੰ ਜਦੋਂ ਤੁਸੀਂ ਪੜ੍ਹੋਗੇ, ਇਹਦੇ ਵਿੱਚ ਇੱਕ ਧਿਰ ਨਹੀਂ ਬਹੁਤ ਸਾਰੀਆਂ ਧਿਰਾਂ ਦੋਸ਼ੀ ਨੇ। ਇੰਦਰਾ ਗਾਂਧੀ ਮੁੱਖ ਹੈ, ਭਾਜਪਾ ਉਹਦੀ ਸਹਿਯੋਗੀ ਹੈ, ਖੱਬੇ ਪੱਖੀ ਕਾਮਰੇਡ ਜਗਜੀਤ ਸਿੰਘ ਆਨੰਦ ਤੇ ਜਤਿੰਦਰ ਸਿੰਘ ਪੰਨੂ ਜਿਹੜਾ ਅੱਜ ਪ੍ਰਾਈਮੇਸ਼ੀਆ ਤੇ ਬੜਾ ਤੁਹਾਡਾ ਤਹਿਸੀ ਬਣਦਾ ਹੈ, ਇਹ ਸਾਰੇ ਬੰਦਿਆਂ ਦੀਆਂ ਚਿੱਠੀਆਂ ਮੀਟਿੰਗਾਂ ਉਹਦੇ ਤੱਕ ਪਹੁੰਚਦੀਆਂ ਸੀ ਵੀ ਤੂੰ ਦੇਰ ਕਰ ਰਹੀ ਹੈ, ਜਦੋਂ ਦੇਸ਼ ਟੁੱਟ ਜਾਏਗਾ ਫਿਰ ਹਮਲਾ ਕਰਨ ਦਾ ਕੀ ਫਾਇਦਾ। ਪੰਜਾਬ ਕਾਂਗਰਸ ਸਰਕਾਰ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਔਰ ਬਹੁਤ ਸਾਰੇ ਲੋਕ ਜਿਹੜੇ ਇਸ ਗੱਲ ਦੇ ਵਿੱਚ ਫਿਰ ਸਹਿਮਤ ਹੋ ਗਏ ਵੀ ਸੰਤ ਜਰਨੈਲ ਸਿੰਘ ਹੁਣ ਕਿਸੇ ਦੇ ਵੀ ਅਧੀਨ ਨਹੀਂ ਹੋ ਰਿਹਾ, ਉਹਦੀ ਲੋਕਪ੍ਰਿਯਤਾ ਵੱਧ ਰਹੀ ਹੈ, ਇਸ ਕਰਕੇ ਇਹ ਮਾਮਲਾ ਕਿਸੇ ਪਾਸੇ ਲਾ ਦੇਣਾ ਚਾਹੀਦਾ। ਤਾਂ ਉਹਨੂੰ ਇਹ ਸੀ ਵੀ ਮੈਂ ਇਸ ਤਰ੍ਹਾਂ ਕਰਕੇ ਤੇ ਆਉਣ ਵਾਲੀਆਂ ਇਲੈਕਸ਼ਨ ਚੋਣਾਂ ਜਿੱਤ ਲਵਾਂਗੀ, ਉਹ ਹੀਰੋ ਬਣਨਾ ਚਾਹੁੰਦੀ ਸੀ। ਇਸ ਕਰਕੇ ਇਹਦੇ ਰਿਜ਼ਲਟ ਕੀ ਨਿਕਲਣਗੇ ਇਹਦੇ ਬਾਰੇ ਕਿਸੇ ਨੂੰ ਵੀ ਕੋਈ ਭਵਿੱਖ ਵਿੱਚ ਨਹੀਂ ਸੀ ਪਤਾ। ਇੱਥੋਂ ਤੱਕ ਜਿਹੜੇ ਆਰਮੀ ਦੇ ਕਮਾਂਡਰ ਸੀ ਉਹਨਾਂ ਨੂੰ ਵੀ ਇਸ ਗੱਲ ਦਾ ਨਹੀਂ ਸੀ ਪਤਾ ਵੀ ਲੜਾਈ ਇੰਨੀ ਲੰਮੀ ਹੋ ਜਾਣੀ ਹੈ। ਇਹੀ ਕਾਰਨ ਹੈ 5 ਜੂਨ ਦੀ ਸ਼ਾਮ ਤੱਕ ਟੈਂਕ ਅੰਦਰ ਨਹੀਂ ਜਾਂਦੇ, ਕਿਉਂਕਿ ਉਦੋਂ ਤੱਕ ਇਜਾਜ਼ਤ ਹੀ ਨਹੀਂ ਸੀ ਏਜੰਡੇ ਤੇ ਕਿ ਟੈਂਕ ਅੰਦਰ ਜਾਣਗੇ। ਖੈਰ, ਇੰਦਰਾ ਗਾਂਧੀ ਨੇ ਬੜਾ ਗੈਰ ਜ਼ਿੰਮੇਵਾਰ ਬਿਆਨ ਦਿੱਤਾ, ਉਹਦਾ ਕਿਸੇ ਨੇ ਜਵਾਬ ਨਹੀਂ ਦਿੱਤਾ। ਲੇਕਿਨ ਸੰਤ ਜਰਨੈਲ ਸਿੰਘ ਨੇ ਪ੍ਰੈਸ ਨੂੰ ਕਿਹਾ ਸੀ, ਬੀਬੀ ਜੀ ਇਹ ਇਦਾਂ ਦੀਆਂ ਤੁਹਾਨੂੰ ਤਾਕਤਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਸਿੱਖਾਂ ਨੇ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਨੇ, ਸਿਰ ਵਾਰੇ ਨੇ, ਤੇ ਬਾਕੀ ਜੇ ਗਿਣਤੀ ਦੀ ਗੱਲ ਹੋਵੇ ਤੇ ਸ਼ੇਰ ਕਦੇ ਗਿਣਤੀ ਦੇ ਆਧਾਰ ਤੇ ਨਹੀਂ ਲੜਦੇ, ਉਹ ਆਪਣੀ ਜੁਰਤ ਔਰ ਦਲੇਰੀ ਨਾਲ ਫੈਸਲਾ ਕਰਦੇ ਨੇ। ਉਹ ਕਵਿਤਾ ਦਾ ਬੋਲ ਹੈ, ਦਿਲ ਧੜਕਿਆ ਦਿੱਲੀ ਦਾ, ਸੁਣ ਕੇ ਸ਼ੇਰ ਦੀਆਂ ਪਵਕਾਰਾਂ। ਸੰਤ ਜਰਨੈਲ ਸਿੰਘ ਜੀ ਨੇ ਜਿਹੜੀ ਜਵਾਬੀ ਚਿੱਠੀ, ਜਿਹੜਾ ਜਵਾਬੀ ਬੜਕ ਮਾਰੀ ਸੀ, ਉਹਦੀ ਤਰਜਮਾਨੀ ਇਉਂ ਕੀਤੀ ਜਾ ਰਹੀ। ਜਦੋਂ ਆਖਿਆ ਇੰਦਰਾ ਨੇ ਸਾਦਾ ਕੀ ਰੌਲਾ ਜਿਹਾ ਪਾਉਣਾ, ਘੱਟ ਗਿਣਤੀ ਸਿੱਖਾਂ ਦੀ ਕਿਹੜੀ ਗੱਲ ਤੇ ਰੋਬ ਵਿਖਾਉਣਾ। ਰੋ ਚੜਿਆ ਸੁਣ ਕੇ ਤੇ ਖਬਰਾਂ ਜਾ ਛਪੀਆਂ ਅਖਬਾਰਾਂ, ਦਿਲ ਧੜਕਿਆ ਦਿੱਲੀ ਦਾ ਸੁਣ ਕੇ ਸ਼ੇਰ ਦੀਆਂ
ਸਾਦਾ ਕੀ ਰੌਲਾ ਜਿਹਾ ਪਾਉਣਾ, ਘੱਟ ਗਿਣਤੀ ਸਿੱਖਾਂ ਦੀ ਕਿਹੜੀ ਗੱਲ ਤੇ ਰੋਬ ਵਿਖਾਉਣਾ। ਰੋ ਚੜਿਆ ਸੁਣ ਕੇ ਤੇ ਖਬਰਾਂ ਜਾ ਛਪੀਆਂ ਅਖਬਾਰਾਂ, ਦਿਲ ਧੜਕਿਆ ਦਿੱਲੀ ਦਾ ਸੁਣ ਕੇ ਸ਼ੇਰ ਦੀਆਂ ਪਬਕਾਰਾਂ। ਦੇ ਵੱਡਿਆਂ ਦਾ ਬੀਬੀ ਤੂੰ ਇਤਿਹਾਸ ਨਹੀਂ ਪੜਿਆ, ਚਮਕੌਰ ਦੀ ਧਰਤੀ ਤੇ ਕੱਲਾ ਸਿੰਘ ਲੱਖਾਂ ਨਾਲ ਲੜਿਆ। ਮੂੰਹ ਮੋੜੇ 10 ਲੱਖ ਦੇ ਕਲਗੀਧਰ ਦੇ ਸ਼ਾਹ ਸਵਾਰਾ, ਕਲਗੀਧਰ ਦੇ ਸ਼ਾਹ ਸਵਾਰਾ, ਦਿਲ ਧੜਕਿਆ ਦਿੱਲੀ ਦਾ ਸੁਣ ਕੇ ਸ਼ੇਰ ਦੀਆਂ ਪਬਕਾਰਾਂ। ਜੋਰ ਗਲਾਮਾਂ ਦਾ ਜੋਦੇ ਅਣਕਿਆਣ ਲਈ ਮਰਦੇ, ਨਹੀਂ ਡਰਦੇ ਹੋਣੀ ਤੋਂ ਲੱਥਿਆ ਸੀ ਤਲੀ ਤੇ ਧਰਦੇ। ਲੱਖ ਬਿਪਤਾ ਆਣ ਪਵੇ ਲੱਖ ਬਿਪਤਾ ਆਣ ਪਵੇ, ਮਰਦੇ ਨਹੀਂ ਸੂਰ ਮੇਹਾਰਾ, ਦਿਲ ਧੜਕਿਆ ਦਿੱਲੀ ਦਾ ਸੁਣ ਕੇ ਸ਼ੇਰ ਦੀਆਂ ਪਬਕਾਰਾਂ। ਛੱਡਣਾ ਹਿੰਦੂਆਂ ਨੂੰ ਜਦ ਸੀ ਰੰਗੇ ਹੁਕਮ ਸੁਣਾਇਆ, ਸਾਡੇ ਗੁਰੂ ਨਾਮੇ ਨੇ ਤੁਹਾਡਾ ਰੁੜਦਾ ਧਰਮ ਬਚਾਇਆ। ਕੋਈ ਬੋੜਿਆ ਛਤਰੀ ਨਾ ਚੁੱਕੀਆਂ ਜਦ ਮੁਗਲਾਂ ਤਲਵਾਰਾਂ, ਦਿਲ ਧੜਕਿਆ ਦਿੱਲੀ ਦਾ ਸੁਣ ਕੇ ਸ਼ੇਰ ਦੀਆਂ ਪਬਕਾਰਾਂ। ਬੰਦਾ ਸਿੰਘ ਜੋਧੇ ਨੇ ਪੰਜੀ ਨਾਲ ਸੂਰਮੇ ਲੈ ਕੇ, ਜੜ ਪੁੱਟ ਕੇ ਯਾਬੁਰ ਦੀ ਕੀਤਾ ਰਾਜ ਤਖਤ ਤੇ ਬਹਿ ਕੇ। ਕਾਬਲ ਤੱਕ ਸ਼ੋਰ ਪਿਆ, ਕਾਬਲ ਤੱਕ ਸ਼ੋਰ ਪਿਆ, ਥਰ ਥਰ ਕੰਬੀਆਂ ਸੀ ਸਰਕਾਰਾਂ, ਦਿਲ ਧੜਕਿਆ ਦਿੱਲੀ ਦਾ ਸੁਣ ਕੇ ਸ਼ੇਰ ਦੀਆਂ ਪਬਕਾਰਾਂ। ਸ਼ਾਹ ਅਬਦਾਲੀ ਨੇ ਕਰੀਆਂ ਦਿੱਲੀ ਵਿੱਚ ਤਬਾਈਆਂ, ਧਨ ਦੌਲਤ ਲੁੱਟ ਕੇ ਤੇ ਕੁੜੀਆਂ ਬੰਨ ਕੇ ਅੱਗੇ ਲਾਈਆਂ। ਸਿਰ ਦੇ ਛਡਵਾਈਆਂ ਸੀ ਸਿੰਘਾਂ ਦੇਸ਼ ਦੀਆਂ ਮੁਟਿਆਰਾਂ, ਸਿੰਘਾਂ ਦੇਸ਼ ਦੀਆਂ ਮੁਟਿਆਰਾਂ, ਦਿਲ ਧੜਕਿਆ ਦਿੱਲੀ ਦਾ ਸੁਣ ਕੇ ਸ਼ੇਰ ਦੀਆਂ ਪਬਕਾਰਾਂ। ਕੱਲ ਦੀਆਂ ਗੱਲਾਂ ਨੇ, ਹਾਲੇ ਕੱਲ ਦੀਆਂ ਗੱਲਾਂ ਨੇ, ਗੋਰੇ ਜਦੋਂ ਦੇਸ਼ ਚੋਂ ਕੱਢੇ, ਜੋ ਚੜੇ ਫਾਂਸੀਆਂ ਤੇ 100 ਦੇ ਵਿੱਚੋਂ ਸਿੰਘ ਸੀ 90। ਸਿਰ ਤੁਹਾਡੇ ਵੱਡਿਆਂ ਦੇ ਰੱਖਿਆ ਤਾਜ ਸਿੰਘਾਂ ਸਰਦਾਰਾਂ, ਦਿਲ ਧੜਕਿਆ ਦਿੱਲੀ ਦਾ ਸੁਣ ਕੇ ਸ਼ੇਰ ਦੀਆਂ ਪਬਕਾਰਾਂ। ਲੜੀ ਆਜ਼ਾਦੀ ਦੀ ਸਾਡੇ ਵੱਡਿਆਂ ਹੋ ਕੇ ਮੂਰੇ, ਕੀ ਪਤਾ ਸੀ ਕਿਸਮਤ ਦਾ ਹੋਣੇ ਨਹੀਂ ਮਨੋਰਥ ਪੂਰੇ। ਲਗੇ ਆਖੇ ਨਹਿਰੂ ਦੇ ਕੀਤਾ ਧੋਖਾ ਦੇਸ਼ ਗੁਜ਼ਾਰਾ, ਦਿਲ ਧੜਕਿਆ ਦਿੱਲੀ ਦਾ ਸੁਣ ਕੇ ਸ਼ੇਰ ਦੀਆਂ ਪਬਕਾਰਾਂ। ਕਰਕੇ ਗੋ ਸੁਣੀ ਫੋਕੇ ਹੋ ਨਿਦਾ ਬੇਸੈਣੇ, ਹੁਣ ਮੰਗਣੀ ਪਿਕਿਆ ਨਹੀਂ ਬਣਦੇ ਹੱਕ ਸਿੰਘਾਂ ਨੇ ਲੈਣੇ। ਹੈ ਤੋਕ ਗੁਲਾਮੀ ਦਾ, ਹੈ ਤੋਕ ਗੁਲਾਮੀ ਦਾ, ਲਿਖਿਆ ਜੋ ਸੰਵਿਧਾਨ ਚ ਧਾਰਾ, ਦਿਲ ਧੜਕਿਆ ਦਿੱਲੀ ਦਾ ਸੁਣ ਕੇ ਸ਼ੇਰ ਦੀਆਂ ਪਬਕਾਰਾਂ। ਤੋਂ ਡਰਦੇ ਨਹੀਂ ਫਿਰਦੀ ਉਹਨਾਂ ਤਾਈਂ ਡਰਾਉਂਦੀ, ਸੰਭਲ ਕੇ ਬਾਤ ਕਰੀ ਕਾਨੂੰ ਵੈ ਸਿੰਘਾਂ ਨਾਲ ਪਾਉਂਦੀ। ਨਹੀਂ ਡਰਨਾ ਖੇੜਿਆਂ ਤੋਂ ਖੜਨੀ ਹੀਰ ਰੰਜੇਟਿਆ ਯਾਰਾ, ਦਿਲ ਧੜਕਿਆ ਦਿੱਲੀ ਦਾ ਸੁਣ ਕੇ ਸ਼ੇਰ ਦੀਆਂ ਪਬਕਾਰਾਂ। ਦੀ ਗੈਰਤ ਤੋਂ ਸਾਨੂੰ ਸਿਰ ਕਟਵਾਉਣੇ ਆਉਂਦੇ, ਹੱਥ ਫੜ ਕੇ ਤੇ ਗਾਨੂੰ ਦਿੱਲੀ ਤਖਤ ਹਿਲਾਉਣੇ ਆਉਂਦੇ। ਪੁਸ਼ਪਾ ਗੋਵਾਲੀਏ ਨੂੰ ਲਿਖਦੇ ਜੋ ਮਰਦਾਂ ਦੀਆਂ ਵਾਰਾਂ, ਲਿਖਦੇ ਜੋ ਮਰਦਾਂ ਦੀਆਂ ਵਾਰਾਂ, ਦਿਲ ਧੜਕਿਆ ਦਿੱਲੀ ਦਾ ਸੁਣ ਕੇ ਸ਼ੇਰ ਦੀਆਂ ਪਬਕਾਰਾਂ। ਅਗਲਾ ਪ੍ਰੋਗਰਾਮ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਤੋਂ ਸਰਵਣ ਕਰੋ। ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਮੈਨੇਜਮੈਂਟ ਕਮੇਟੀ, ਸਾਰੀ ਗੁਰੂ ਕੀ ਸੰਗਤ, ਸਤਿਕਾਰਯੋਗ ਸਿੱਖ ਜਗਤ ਦੇ ਮਹਾਨ ਢਾਡੀ ਗਿਆਨੀ ਚੂਟ ਸਿੰਘ ਜੀ, ਵੀਰ ਅਵਤਾਰ ਸਿੰਘ ਜੀ ਸਭਰਾ, ਜੋ ਕੁਝ ਦਿਨ ਸਰੀਰਕ ਤੰਦਰੁਸਤੀ ਕਰਕੇ ਨਹੀਂ ਆ ਸਕੇ ਆਏ ਨੇ। ਹੋਰ ਵੀ ਗੁਰੂ ਕੀ ਸਿੱਖ ਸੰਗਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
ਗੁਰਦੇਵ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਇਸੇ ਤਰ੍ਹਾਂ ਆਪਣੇ ਚੱਲਦੇ ਇਹ ਸ਼ਹੀਦਾਂ ਦੀ ਲੜੀ ਦੇ ਅਧੀਨ ਪ੍ਰੋਗਰਾਮ ਨਾਲ ਜੁੜੇ ਰਹੀਏ। ਭਾਈ ਜੋਗਾ ਸਿੰਘ ਭਾਗੋਵਾਲੀਆ, ਸਾਧੇ ਰੇਸਨ ਭਾਈ ਭੁਪਿੰਦਰ ਸਿੰਘ ਜੀ, ਭਾਈ ਸੁਖਵਿੰਦਰ ਸਿੰਘ ਜੀ, ਭਾਈ ਕੁਲਵੰਤ ਸਿੰਘ ਜੀ, ਆਉਣ ਵਾਲਾ ਜਥਾ ਗਿਆਨੀ ਹੰਸਾ ਸਿੰਘ ਜੀ ਜਵੰਦਾ, ਗਿਆਨੀ ਬੂਟਾ ਸਿੰਘ ਜੀ ਔਰ ਬੀਬੀ ਬਲਜੀਤ ਕੌਰ ਐਮਏ, ਬੀਬੀ ਦਲਜੀਤ ਕੌਰ ਐਮਏ। ਹੁਣ ਉਹਨਾਂ ਨੂੰ ਸਰਵਣ ਕਰੋ। ਪ੍ਰੋਗਰਾਮ ਦੀ ਸੇਵਾ ਨਿਭਾਉਣਗੇ ਗਿਆਨੀ ਸਰਬਜੀਤ ਸਿੰਘ ਜੀ। ਸਾਡੇ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।